हेलो एवरीवन। अपना टॉपिक चल रहा सी कंपाउंड इंटरस्ट जी। लास्ट वीडियो 'ਚ अपने कंपाउंड इंटरस्ट ਦੀਆਂ कुछ टाइप्स कीतियां ਸੀਗੀਆਂ। ਅੱਜ ਆਪਾਂ ਹੋਰ टाइप्स करांगे जी। देखो जी, फर्स्ट इफ द रेट ऑफ इंटरस्ट भी 4% पर एनुअल फर्स्ट ईयर, सैकेंड ईयर ਲਈ 5% ਹੈ ਜੀ, थर्ड ईयर ਲਈ 6% ਹੈ ਜੀ। 3 ਸਾਲਾਂ ਦਾ ਕੰਪਾਊਂਡ ਇੰਟਰਸਟ ਦੱਸਣਾ ਜਦੋਂ ਪ੍ਰਿੰਸੀਪਲ ਅਮਾਉਂਟ 10000 ਹੈ ਜੀ। ਹੁਣ ਤੱਕ ਜਿੰਨੇ ਆਪਣੇ ਕੰਪਾਊਂਡ ਇੰਟਰਸਟ ਦੇ ਸਮ ਕੀਤੇ ਸੀਗੇ ਜੀ, ਉਹ ਚ ਕੀ ਸੀਗਾ, ਰੇਟ ਆਫ ਇੰਟਰਸਟ ਇੱਕ ਤਰ੍ਹਾਂ ਦੀ ਹੁੰਦੀ ਸੀਗੀ ਜੀ। ਆਪਣੇ 2 ਸਾਲ ਲਈ, 3 ਸਾਲ ਲਈ ਜਾਂ 1 ਸਾਲ ਲਈ ਜਿੰਨੇ ਸਾਲ ਵੀ ਇੰਟਰਸਟ ਕੱਟਣਾ ਸੀ ਕੱਟ ਦਾਂਦੇ। ਪਰ ਇਹ ਚ ਕੀ ਨਵੀਂ ਚੀਜ਼ ਆਈ ਹੈ ਜੀ ਵੀ ਫਸਟ ਈਅਰ ਲਈ 4% ਹੈ ਜੀ, ਸੈਕੰਡ ਲਈ 5% ਹੈ ਜੀ, ਤੇ ਥਰਡ ਲਈ 6% ਹੈ। ਆਪਾਂ ਜੀ ਉਹੀ ਫਾਰਮੂਲਾ ਲਾ ਦਾਂਗੇ ਜੀ, ਇਹ ਚ ਵੀ ਸੇਮ ਇਹੀ ਲਾਇਆ ਕਿਉਂਕਿ ਇਹ ਚ ਕੈਲਕੂਲੇਸ਼ਨ ਈਜ਼ੀਲੀ ਹੋ ਜਾਂਦੀ ਹੈ। ਦੇਖੋ ਜੀ, ਫਸਟ ਈਅਰ ਲਈ, ਸੈਕੰਡ ਈਅਰ ਲਈ ਜੀ, ਤੇ थर्ड ईयर ਤਿੰਨ ਐਰੋ ਬਣਾਤੇ ਜੀ। ਆਪਾਂ ਪਹਿਲੇ ਸਾਲ ਦਾ ਕਿੰਨੇ ਪਰਸੈਂਟ ਹੈ ਜੀ, 4% ਹੈ। 4% ਕੱਢ ਦੋ ਜੀ, 10000 ਦਾ 4% ਆ ਗਿਆ ਜੀ 400। ਠੀਕ ਹੈ, ਸਾਨੂੰ ਫਿਰ ਵੀ ਦੇਖੋ 4% ਹੈ, ਪਰਸੈਂਟੇਜ ਟਾਉਣ ਲਿਖੀ ਹੈ ਜੀ 0। 10000 ਹੈ ਜੀ, ਇਹਦਾ ਪਰਸੈਂਟ ਕੱਢਣਾ 2 0 0, 4 ਨੂੰ ਕਰਿਆ 400 ਨੂੰ, ਮੀਨਸ ਪਰਸੈਂਟ ਹੈ 2 0 ਹਟ, ਜਦੋਂ ਪਰਸੈਂਟ ਕਰਨਾ ਜੀ 2 0 ਹਟਾ ਦੋ, 100 ਰਹਿ ਗਿਆ, 100 ਨੂੰ ਗੁਣਾ ਕਰਿਆ 4। ਪਹਿਲੇ ਸਾਲ ਕੱਲਾ ਦੇਖੋ ਇੰਟਰਸਟ ਲੱਗਦਾ ਜੀ, ਕਿਉਂਕਿ ਪਹਿਲੇ ਸਾਲ ਦਾ ਸਿੰਪਲ ਇੰਟਰਸਟ ਤੇ ਕੰਪਾਊਂਡ ਇੰਟਰਸਟ ਲੱਗ ਸੇਮ ਹੁੰਦੇ ਨੇ ਦੋਨੇ। ਠੀਕ ਹੈ, ਤਾਂ 400 ਆ ਗਿਆ। ਸੈਕੰਡ ਈਅਰ ਲਈ ਕਿੰਨੇ ਇੰਟਰਸਟ ਹੈ ਜੀ, 5%। ਤਾਂ ਦੇਖੋ ਜੀ 100 100 ਨੂੰ 5 ਨਾਲ ਗੁਣਾ ਕਰਿਆ 500, 500 ਤਾਂ ਇਹ ਆ ਗਿਆ ਜੀ। ਹੁਣ ਇਹਦਾ ਜੀ ਜਿਹੜਾ ਆਪਣਾ ਪਹਿਲੇ ਸਾਲ ਦਾ ਸਿੰਪਲ ਇੰਟਰਸਟ ਹੈ ਜਾਂ ਕੰਪਾਊਂਡ ਇੰਟਰਸਟ ਆ, ਉਹਦੇ ਵੀ ਕਿੰਨਾ ਲੱਗੂ ਜੀ, 5%। ਤਾਂ 2 0 ਨਾਲ 2 0 ਕੈਨਸਲ ਹੋ ਗਈਆਂ, ਪਰ ਪਰਸੈਂਟੇਜ ਵਾਲੀ ਨਾਲ ਤਾਂ 5 ਚੌਕੇ 20। ਤੀਜੇ ਸਾਲ ਲਈ 6%। ਤਾਂ 10000 ਦਾ 6% ਦੇਖੋ ਜੀ 600 ਆ ਗਿਆ, ਇਹਦਾ 6%। ਪਰਸੈਂਟ ਨਾਲ 2 0 ਕੱਢ ਗਿਆ, 6 ਚੌਕਾ 24। ਹੁਣ ਇਹ ਤੇ ਕੱਢਤਾ ਜੀ, ਹੁਣ ਇਹ ਤੇ ਜੀ 500 ਤੇ ਕਿੰਨਾ 6% ਹੈ ਜੀ। 2 0 ਨਾਲ 2 0 ਕੱਢ ਗਿਆ, 6 5 30। ਹੁਣ ਇਹਦਾ 6%। 1 0 ਨਾਲ 1 0 ਕੱਢ ਗਈ ਤਾਂ ਕੀ ਰਹਿ ਗਿਆ ਜੀ, 1 ਰੁਪਿਆ 20 ਪੈਸੇ। ਜੇ ਕਿਸੇ ਨੂੰ ਐ ਲੱਗਦਾ ਦੇਖੋ 20 ਗੁਣਾ 6/100, 1 0 ਨਾਲ 1 0, 12/10, ਤਾਂ ਆਪਾਂ ਇਹਨੂੰ ਲਿਖ ਸਕਦੇ ਹਾਂ 1 ਰੁਪਿਆ 20 ਪੈਸੇ। ਠੀਕ ਹੈ, ਟੋਟਲ ਕਰ ਦੋ ਜੀ 6 ਦਾ 1500 ਦਾ ਇਹ ਹੋ ਗਿਆ ਜੀ, ਇਹ ਹੋ ਗਿਆ ਜੀ 20 ਤੇ 50 ਦੇ 74 ਰੁਪਏ ਹੋ ਗਿਆ ਜੀ, 1 ਰੁਪਿਆ 20 ਪੈਸੇ ਹੋ ਗਏ। 5 7 1575 ਰੁਪਏ 20 ਪੈਸੇ ਤੁਹਾਡੇ ਇੰਟਰਸਟ ਦੇ ਬਣ ਗਏ। ਜੇ ਕਿਸੇ ਨੇ ਦੂਜੀ ਤਰੀਕੇ ਨਾਲ ਕਰਨਾ ਹੈ ਜੀ, ਉਹ ਦੇਖੋ ਜੀ ਉਹ ਵੀ ਕਰ ਸਕਦੇ ਹੋ। ਫਸਟ ਈਅਰ ਦੀ ਕਿੰਨੀ ਹੈ ਜੀ, 4%, ਤਾਂ ਇਹਨੂੰ 4/100 ਜਾਂ ਆਪਾਂ 1/25। ਸੈਕੰਡ ਦਾ ਕੀ ਹੈ ਜੀ 4 5%, ਤਾਂ 1/20। ਥਰਡ ਦਾ ਕੀ ਹੈ ਜੀ 6%, ਤਾਂ 3/20 ਲਿਖ ਸਕਦੇ ਹਾਂ ਜੀ। ਆਪਾਂ ਤੁਹਾਨੂੰ ਦੱਸਿਆ ਸੀ ਵੀ ਰੇਸ਼ੋ ਕੀ ਬਣਦੀ ਹੈ, ਇੱਧਰ ਟੋਟਲ ਅਮਾਉਂਟ ਤੇ ਇੱਧਰ ਪ੍ਰਿੰਸੀਪਲ। ਜੇ 25 ਹੈ ਪਹਿਲੇ ਸਾਲ ਲਈ ਤਾਂ ਵਿਆਜ ਟੋਟਲ ਅਮਾਉਂਟ 26 ਹੈ। ਦੂਜੇ ਸਾਲ ਲਈ ਜੇ ਵਿਆਜ 20 ਹੈ, ਸੌਰੀ ਪ੍ਰਿੰਸੀਪਲ 20 ਹੈ, ਤਾਂ ਟੋਟਲ ਅਮਾਉਂਟ 21 ਜੀ। ਤੀਜੇ ਸਾਲ ਲਈ ਜੇ ਇੱਥੇ ਸੌਰੀ 50 ਹੈ, ਇਹ ਦੋ ਦੇ ਟੇਬਲ ਤੇ ਕੱਟ ਕੇ 3 ਤੇ। ਤੀਜੇ ਸਾਲ ਲਈ ਜੇ ਪ੍ਰਿੰਸੀਪਲ 50 ਤਾਂ ਟੋਟਲ ਅਮਾਉਂਟ ਕਿੰਨੀ ਹੈ ਜੀ 53, ਕਿਉਂਕਿ ਇਹ 3 ਹੈ। ਇਧਰੋਂ ਇਹਨੂੰ ਮਲਟੀਪਲਾਈ ਕਰ ਰਹੇ ਨੇ, ਇਧਰੋਂ ਜਿੰਨਾ ਆ ਗਿਆ ਜੀ ਉਹਨੂੰ ਇਕੁਅਲ ਰੱਖ ਲਓ ਜੀ 10000 ਦੇ। ਜਿਹੜੀ ਵੀ ਕੋਈ ਰੇਸ਼ੋ ਆ ਗਈ ਉਹਨੂੰ ਕੀ ਜੇ ਇਹਦੇ ਇਹਨਾਂ ਦਾ ਇੰਟਰਸਟ, ਇਹਨਾਂ ਦਾ ਕੀ ਕੱਢ ਦਿਓ ਜੀ, ਮਾਈਨਸ ਕਰਕੇ डिफरेंस ਕੱਢ ਲਿਓ। ਜਿੰਨੀ ਰੇਸ਼ੋ ਉਰੇ ਆ ਜੂ ਉਨੀ ਇਹਨੂੰ ਇਹਦੇ ਡਿਫਰੈਂਸ ਨਾਲ ਕਰ ਦਿਓ, ਤੁਹਾਡਾ ਜੀ ਕੰਪਾਊਂਡ ਇੰਟਰਸਟ ਆ ਜੂਗਾ। ਨੈਕਸਟ ਨਾਮ ਦੇਖੋ ਜੀ, ਸੈਕੰਡ ਸਮ ਹੈ ਜੀ ਆਪਣਾ ਦੀ simple interest carried on amount of rupee 20,000 at the end of 3 years is rupees
7,200, what would be the compound interest on the same amount at the same rate in the same period. देखो जी की कह रहे कहना द सिंपल इंटरेस्ट कार्ड ऑन द अमाउंट ऑफ ₹20,000 कहना प्रिंसिपल अमाउंट जे 20,000 है जी ਤਾਂ ਤੁਹਾਡਾ ਸਿੰਪਲ ਇੰਟਰਸਟ 7200 ਰੁਪਏ 3 ਸਾਲਾਂ ਕਹਿੰਦਾ ਜੀ ਇਸ ਉਹਦਾ ਕੰਪਾਊਂਡ ਇੰਟਰਸਟ ਪਤਾ ਕਰਨਾ ਇਸੇ ਪ੍ਰਿੰਸੀਪਲ ਦਾ ਇਸੇ ਰੇਟ ਆਫ ਇੰਟਰਸਟ ਤੇ ਇਸੇ ਸੇਮ ਪੀਰੀਅਡ ਤੇ ਦੇਖੋ ਜੀ 7200 ਕਿੰਨੇ ਸਾਲਾਂ ਦਾ ਜੀ 3 ਸਾਲਾਂ ਦਾ ਤਾਂ ਜੀ 1 ਸਾਲ ਦਾ ਕੱਢਣਾ ਹੋਵੇ 3 ਨਾਲ ਡਿਵਾਈਡ 2400 ਆ ਗਿਆ ਜੀ ਆਪਾਂ ਤੁਹਾਨੂੰ ਸਿਖਾਇਆ ਸੀਗਾ ਜੀ ਸਿੰਪਲ ਇੰਟਰਸਟ ਚ 20000 ਦੀ ਰੇਸ਼ੋ ਕਰ ਲਓ ਜੀ 2400 ਨਾਲ 2 0 ਨਾਲ 2 0 8 ਦੇ ਟੇਬਲ ਤੇ ਕੱਟ ਗਿਆ 3 ਤੇ ਇਹ ਕੱਟ ਗਿਆ 8 ਦੇ ਟੇਬਲ ਤੇ ਜੀ 8 ਦੀ 16 40 25 ਠੀਕ ਹੈ ਆਪਾਂ ਤੁਹਾਨੂੰ ਦੱਸਿਆ ਜੀ ਨਿਚਲੀ ਵੈਲਿਊ ਕਿਹਨੂੰ ਕਰਦੀ ਹੈ ਜੀ ਪ੍ਰਿੰਸੀਪਲ ਇਹਦਾ ਮਤਲਬ ਕੀ ਬਣਦਾ ਹੈ ਪ੍ਰਿੰਸੀਪਲ ਜੇ 25 ਰੁਪਏ ਦਿੱਤੇ ਨੇ ਆਪਾਂ ਨੇ 1 ਸਾਲ ਵਿੱਚ ਤਾਂ 3 ਰੁਪਏ ਸਿੰਪਲ ਇੰਟਰਸਟ ਹੈ ਤਾਂ ਸਿੰਪਲ ਇੰਟਰਸਟ ਉੱਪਰਲਾ ਨੋਮੀਨੇਟਰ ਡੋਨੇਟ ਕਰਦਾ ਹੈ ਇਨਟੂ 100 ਚਾ 12% ਤੁਹਾਡੀ ਕੀ ਆ ਗਈ ਜੀ ਰੇਟ ਆਫ ਇੰਟਰਸਟ ਆ ਅਸੀਂ ਆਪਾਂ 20000 ਦਾ ਕੱਢਣਾ ਜੀ ਉਮੀ ਲਾ ਦਿਓ ਜੀ 3 ਸਾਲਾਂ ਵਾਸਤੇ ਫਸਟ ਈਅਰ ਸੈਕੰਡ ਈਅਰ ਤੇ ਥਰਡ ਈਅਰ ਸਾਰਿਆਂ ਦਾ ਕਿੰਨਾ ਜੀ 12% ਹੀ ਹੈ ਟੋਟਲ ਰੇਟ ਆਫ 20000 ਦਾ 12% ਦੇਖੋ ਤੁਹਾਨੂੰ ਕਹਿੰਦੇ 2 ਜ਼ੀਰੋ ਕੱਟ ਦੋ ਕਿੰਨਾ ਰਹਿ ਗਿਆ 200 ਤਾਂ ਪਹਿਲੇ ਦਾ 2400 ਸਿੰਪਲ ਇੰਟਰਸਟ ਹੀ ਹੁੰਦਾ ਜੀ ਪਹਿਲੇ ਦਾ ਦੂਜੇ ਦਾ ਵੀ 2400 ਹੀ ਸੇਮ ਜੀ ਹੁਣ 2400 ਦਾ ਇਹਦਾ 12% ਦੇਖੋ ਜਿਹੜਾ 10% ਕੱਢੀਏ ਤਾਂ 240 ਬਣਦਾ 1% 24 ਹੈ ਤਾਂ 2% 48 ਹੋ ਗਿਆ ਜੀ 288 ਹੁਣ ਇਹਦਾ 12% ਵੀ ਪਹਿਲਾਂ ਤਾਂ 2400 ਜੀ ਹੁਣ ਇਹਦਾ ਵੀ ਕੀ ਬਣ ਗਿਆ ਜੀ 12% ਤੁਹਾਨੂੰ ਅਗਲਾ ਤਰੀਕਾ ਵੀ ਦੱਸਦੇ ਆ ਜੇ ਇਹਦੇ ਨਾਲ ਨਹੀਂ ਕਰਨਾ ਜੀ ਤਾਂ ਇਹਦਾ ਵੀ 12% ਇਹਦਾ ਹੀ ਆ ਗਿਆ 288 200 ਹੁਣ ਇਹਦਾ ਜੀ 12% ਦੇਖੋ ਇਹਦਾ 10% ਸਿੱਧਾ ਆ ਗਿਆ ਜੀ 28.8 1% ਆ ਗਿਆ ਜੀ 1% ਦਾ ਡਬਲ ਕਰ ਦਿਓ ਜੀ 8 ਦੂਣੀ 16 8 ਦੂਣੀ 16 ਤੇ 1 17 2 ਦੂਣੀ 4 ਤੇ 1 5 ਇਹ ਚ ਨੂੰ ਜੋੜ ਦਿਓ ਜੀ 7 6 5 ਇਹਨਾਂ ਆ ਗਿਆ ਜੀ 34 ਇਹਨਾਂ ਨੂੰ ਕਰ ਦਿਓ ਜੀ 7200 288 ਤਿੰਨ ਵਾਰ ਹੈ ਜੀ ਇਹਨੂੰ ਤਿੰਨ ਨਾਲ ਮਲਟੀਪਲਾਈ ਕਰ ਲਓ ਜਾਂ ਐਡ ਕਰ ਲਓ ਜੀ 288 288 ਤੇ 34 ਰੁਪਏ 55 ਪੈਸੇ ਤਾਂ ਉਵੇਂ ਆ ਗਿਆ ਜੀ 8 8 ਤਿੰਨ ਵਾਰੀ ਸੀ ਕੁਰੇ ਲਿਖ 8 16 ਤੇ 8 24 ਤੇ 4 28 2 ਕੈਰੀ 8 ਤੇ 2 10 10 8 16 24 24 ਤੇ 27 27 ਤੇ 2 देखो 8 16 24 24 ਤੇ 27 27 ਤੇ 2 29 2 ਕੈਰੀ 2 4 6 8 10 8098 ਰੁਪਏ 55 ਪੈਸੇ ਤੁਹਾਡਾ ਕੀ ਆ ਗਿਆ ਜੀ ਇਹਦਾ ਕੰਪਾਊਂਡ ਇੰਟਰਸਟ ਆ ਗਿਆ ਇਹਨੂੰ ਐਸੇ ਆਪਾਂ ਇਸ ਤਰੀਕੇ ਨਾਲ ਕਰ ਲਈਏ ਵੀ 20000 ਹੈ ਜੀ ਤੁਹਾਨੂੰ ਰੇਸ਼ੋ ਸਿਖਾਈ ਸੀ ਵੀ ਦੇ 2 ਸਾਲ ਦੀ ਵੀ ਦੇਖੋ 2:1 ਹੁੰਦੀ ਹੈ 3 ਦੀ ਹੋ ਗਈ 3 ਅੱਗੇ ਲੱਗ ਗਿਆ ਇਹਨਾਂ ਦਾ ਪਲੱਸ ਕਰਕੇ 3 1 4 ਦੀ 4 ਅੱਗੇ ਲੱਗ ਗਿਆ ਇਹਨਾਂ ਦਾ ਪਲੱਸ ਕਰ ਦਿਓ 6 ਇਹਨਾਂ ਦਾ ਪਲੱਸ ਕਰ ਦੋ 4 ਐਂਡ ਤੇ ਬੰਦ ਰੱਖਣਾ ਹੀ ਮੂਰੇ ਜਿਹੜੇ ਸਾਲ ਦੀ ਕੱਢਣੀ ਹੈ ਦੇਖੋ 3 ਸਾਲ ਦੀ ਆਪਣੀ 3 3 ਬੰਨ ਆ ਗਈ ਕੀ ਕੱਢਣਾ ਜੀ 12% ਉਹੀ ਦੇਖੋ ਜੀ 12% 20000 ਦਾ ਆ ਗਿਆ 2400 ਜੀ 200 3 ਦਾ ਆ ਗਿਆ ਜੀ 24% ਦਾ ਅੱਗੇ 12% ਕੱਢੀ ਚੱਲੋ ਜੀ ਅੱਗੇ 288 ਇਹਦਾ 12% ਅੱਗੇ ਆਪਾਂ ਕੱਢ ਕੇ ਆਏ ਜੀ 34 ਰੁਪਏ ਬਸ ਇਹਨਾਂ ਨੂੰ ਮਲਟੀਪਲਾਈ ਕਰ ਦਿਓ ਦੇਖੋ 7200 ਆ ਗਿਆ ਜੀ ਇਹਨਾਂ ਨੂੰ ਕਰ ਦਿਓ ਜੀ ਮਲਟੀਪਲਾਈ 8 ਕੀ 24 2 ਕੈਰੀ 38 24 ਦੇ 26 2 ਕੈਰੀ ਤੇ ਦੋਨੀ 6 ਦੇ 2 8 ਪਲੱਸ 34 ਰੁਪਏ 55 ਪੈਸੇ ਕੱਢੋਗੇ
ਇਹ 'ਚ ਐਵੇਂ ਥੋੜੀ ਜਿਹੀ ਕਨਫਿਊਜ਼ਨ ਹੋ ਸਕਦੀ ਹੈ ਕਿਤੇ ਨਾ ਕਿਤੇ, ਇਹ 'ਚ ਕੋਈ ਕਨਫਿਊਜ਼ਨ ਨਹੀਂ ਹੋਗੀ। ਠੀਕ ਹੈ ਜੀ। ਨੈਕਸਟ ਸਮ ਦੇਖ ਲਓ ਜੀ ਆਪਣਾ। मिस्टर दुग्गल invested rupees 20,000 with rate of interest at P% per annual. The interest was compound half yearly first year and in the next year it was compounded yearly. What will be the total interest at the end of 2 year। ਦੇਖੋ ਜੀ ਹੁਣ ਇੱਕ ਨਵੀਂ ਚੀਜ਼ ਆਈ ਹੈ, ਉਹ ਕਹਿੰਦਾ ਇਹਨੇ 20,000 ਇਨਵੈਸਟ ਕਰੇ, ਪਰ ਉਹਨੂੰ ਕੀ ਜੀ ਪਹਿਲੇ ਸਾਲ ਕੰਪਾਊਂਡ ਈਅਰਲੀ ਮੀਨ ਸਾਲ ਚ 2 ਵਾਰੀ 6 ਮਹੀਨੇ ਬਾਅਦ ਵਿਆਜ ਮਿਲਿਆ, ਪਰ ਦੂਜੇ ਸਾਲ ਚ ਨੈਕਸਟ ਈਅਰ ਚ ਕਹਿੰਦਾ 1 ਸਾਲ ਬਾਅਦ ਹੀ ਵਿਆਜ, ਇੱਥੇ ਵਿਆਜ ਮਿਲਿਆ, ਇੱਥੇ ਮਤਲਬ ਉਹਨੇ ਇਨਵੈਸਟ ਕਰਤੀ ਜੀ ਪੈਸੇ, ਇੱਕ ਤਾਂ ਉਹਨੂੰ 6 ਮਹੀਨਿਆਂ ਬਾਅਦ ਇੱਥੇ ਵਿਆਜ ਮਿਲ ਗਿਆ, ਫਿਰ 6 ਮਹੀਨਿਆਂ ਬਾਅਦ ਉਹਨੂੰ ਇੱਥੇ ਵਿਆਜ ਮਿਲ ਗਿਆ, ਫਿਰ ਉਹਨੂੰ 1 ਸਾਲ ਬਾਅਦ ਇੱਥੇ ਵਿਆਜ ਮਿਲ ਗਿਆ। ਜਿਹੜਾ ਟੋਟਲ ਇੰਟਰਸਟ ਮਿਲਿਆ ਜੀ ਉਰੇ ਆਪਾਂ ਨੇ ਉਹ ਦੱਸਣਾ। ਦੇਖੋ ਜੀ ਆਪਾਂ ਨੇ ਤੁਹਾਨੂੰ ਸਿਖਾਇਆ ਸੀਗਾ ਲਾਸਟ 'ਚ ਵੀ ਰੇਟ ਆਫ ਇੰਟਰਸਟ ਕੀ ਹੈ, ਜੇ 6 ਮਹੀਨਿਆਂ ਲਈ ਕੱਢਣਾ ਹੋਵੇ ਤਾਂ 6 ਮਹੀਨੇ ਸਾਲ 'ਚ ਕਿੰਨੇ ਵਾਰ ਨੇ, 2 ਵਾਰ, ਤਾਂ 2 ਨਾਲ ਆਪਾਂ ਡਿਵਾਈਡ ਕਰ ਦਿਓ, 10% ਲੱਗ ਜੂ। ਟਾਈਮ 1 ਸਾਲ 'ਚ 6 ਮਹੀਨੇ 2 ਵਾਰ ਆਉਂਦੇ ਨੇ, ਤਾਂ 2 ਨਾਲ ਮਲਟੀਪਲਾਈ ਕਰ, 2 ਨਾਲ ਕੀ ਕਰ ਦੋ ਜੀ ਮਲਟੀ। ਬਸ ਹੁਣ ਕੁਝ ਨਹੀਂ ਜੀ, ਉਸੇ ਤਰੀਕੇ ਨਾਲ ਕਰੋ ਜੀ। ਆਪਾਂ ਕਿਹਦੇ ਕੱਢਣਾ ਜੀ, ਦੇਖੋ 20,000 ਫਸਟ ਲਈ ਸਮਾਹੀ ਹੈ ਜਿਹੜੀ ਹੈ ਨਾ, ਫਸਟ ਲਈ, ਸੈਕੰਡ ਲਈ, ਆ ਜਿਹੜਾ ਸਾਲ ਦਾ ਲੱਗਿਆ ਉਹਦੇ ਲਈ, ਆ ਤਾਂ 6 ਮਹੀਨੇ 2 ਟਰਮਾਂ ਲੱਗੀਆਂ, 6 ਮਹੀਨੇ ਦੀ ਰੇਟ ਆਫ ਇੰਟਰਸਟ ਕਿੰਨੀ ਹੈ ਜੀ 10%, ਇਹਦੇ ਵੀ 10 ਲੱਗੂ ਕਿਉਂਕਿ ਸਾਲ ਦੀ ਹੈ ਤਾਂ ਇਹਦੇ 20,000 ਦਾ 10% ਕਿੰਨਾ ਹੋ ਗਿਆ, ਦੇਖੋ ਜੀ 2,000 ਰੁਪਇਆ। ਪਹਿਲੇ ਸਾਲ ਦਾ ਸਿੰਪਲ ਇੰਟਰਸਟ ਤੇ ਕੰਪਾਊਂਡ ਇੰਟਰਸਟ ਸੇਮ ਹੈ ਜੀ, ਤੇ 20,000 ਦਾ ਫਿਰ 10% ਕਿੰਨਾ ਹੋ ਗਿਆ ਜੀ, 20,000 ਦਾ ਫਿਰ 10% ਕਿੰਨਾ ਹੋ ਗਿਆ ਜੀ 2,000। ਹੁਣ ਇਹਦੇ ਵੀ ਵਿਆਜ ਲੱਗਣਾ, ਵਿਆਜ ਤੇ ਕਿੰਨਾ 10% ਜੀ, 20,000 ਦਾ 10% ਦੇਖ ਲਓ ਜੀ ਕਿੰਨਾ ਹੋ ਗਿਆ, ਦੋ ਜਣਾ ਕੱਟ ਗਿਆ 200 ਰੁਪਏ ਜੀ। ਹੁਣ 20% ਕੱਢਣਾ ਜੀ 20,000 ਦਾ, ਤਾਂ ਕਿੰਨਾ ਹੋ ਗਿਆ 4,000 ਜੀ। ਇਹਦਾ 20% ਕਿੰਨਾ ਹੋ ਗਿਆ ਜੀ 400, ਇਹਦਾ ਵੀ 20% ਕਿੰਨਾ ਹੋ ਗਿਆ ਜੀ 400, ਇਹਦਾ 20% ਕਿੰਨਾ ਹੋ ਗਿਆ ਜੀ 40। ਦੇਖੋ ਜੀ ਹੁਣ ਉੱਪਰ 10 ਕਿਉਂ ਲਾਇਆ, ਕਿਉਂਕਿ ਤੁਹਾਨੂੰ ਦੱਸਿਆ 6 ਮਹੀਨੇ ਬਾਅਦ ਵਿਆਜ ਤੇ ਲੱਗ ਰਿਹਾ, ਤਾਂ ਰੇਟ ਆਫ ਇੰਟਰਸਟ ਕਿੰਨਾ ਸੀ 10, ਤਾਂ 20,000 ਦਾ 10% 2,000 ਹੋ ਗਿਆ। ਉਵੇਂ 20,000 ਦਾ 10% ਫਿਰ 2,000, ਆ 2,000 ਦਾ 10% ਜੀ 200। ਦੇਖੋ 20,000 ਦਾ 20% 4,000, ਆ 2,000 ਦਾ 20% 400, ਆ 2,000 ਦਾ 20% 400, ਆ 200 ਦਾ 20% 40। ਹੁਣ ਆਪਣੇ ਕੋਲ ਕੀ ਕਰੇ, 4 ਤੋਂ 6 ਤੋਂ 8,000 ਦਾ ਸਿੱਧਾ ਹੋ ਗਿਆ ਜੀ, ਇਹ 400 800 ਤੋਂ 1000 ਹੀ ਹੋ ਗਿਆ ਜੀ, 40 ਇਹ ਹੋ ਗਿਆ ਜੀ, ਤਾਂ 9,040 ਤੁਹਾਡਾ ਟੋਟਲ ਇੰਟਰਸਟ ਦੇਵੋਗੇ ਤੁਸੀਂ 3 ਸਾਲਾਂ ਬਾਅਦ। ਠੀਕ ਹੈ ਜੀ। ਨੈਕਸਟ ਸਮ ਕਰ ਲਓ ਜੀ।
फोर्थ सम की है जी, इफ सर्टेन sum of money becomes sum of money becomes 5,000 in 3 years and 8,000 in 6 years at certain rate. Find the sum of money. Find the sum of money. देखो जी की कह रहे हैं, कहना जी कुछ रुपये अपने ब्याज ते लाते, कहना जिन्ने पैसे लाए ਆਪਾਂ ਨੂੰ पता किन्ने से जी 5,000 कहना जी देखो प्रिंसीपल अमाउंट लाता जी मैं, ਆਪਾਂ ਨੂੰ पता 5,000 बन गए जी, कहना किन्ने चिर च 3 साल, टोटल अमाउंट है जी 5,000। फिर कहना 6 साल किन्ने बन गए जी 8,000 बन गए, 6 साल किन्ने बन गए जी 8,000 बन गए जी। 5,000 तो 8,000 बन गई तो 3 साल ही लगे ना, क्योंकि टोटल 6 ने 3। देखो जी जी सिंपल इंटरस्ट होंदा सी वो हर साल सेम होंदा, जिवें 100 प्लस 100 प्लस 100 प्लस 100 मींस एपी सीरीज ते सीगे। एक कहते हैं जी कंपाउंड इंटरस्ट जीपी ते, जीपी मींस देखो जिवें 100 रुपए है जी, मान लो जी 2 सालां ਤੁਹਾਡਾ 200 हो गया, टोटल अमाउंट 200 गई, ਤਾਂ अगले 2 ਸਾਲਾਂ ਚ ਉਹ ਕਿੰਨੀ ਹੋ ਜੂ ਜੀ 2 ਸਾਲਾਂ ਚ ਉਰੇ देखो 100 ਨੂੰ ਕਿੰਨੇ ਨਾਲ ਮਲਟੀਪਲਾਈ ਕਰਿਆ 2 ਨਾਲ, ਤਾਂ ਅਗਲੇ ਚ 400 ਹੋ ਜੂ ਜੀ, ਅਗਲੇ ਚ ਉਹ ਕਿੰਨੀ ਹੋ ਜੂ ਜੀ 800 ਹੋ ਜੂ। ਜੇ ਮੰਨ ਲਓ ਉਰੇ 100 ਸੀ, ਉਰੇ ਮੰਨ ਲਓ ਆਪਾਂ ਕਹਿ ਦਈਏ ਵੀ 500 ਹੋ ਗਈ ਜੀ, ਕਿੰਨੇ ਸਾਲਾਂ ਚ ਹੋਗੀ 4 ਸਾਲਾਂ ਚ ਹੋਗੀ ਨਾ, ਤਾਂ ਅਗਲੇ 4 ਸਾਲਾਂ ਚ ਉਹ ਇਹਦਾ ਡਬਲ 5 ਗੁਣਾ ਹੋਈ ਹੈ ਨਾ ਜੀ, ਤਾਂ ਇਹਦਾ ਵੀ 5 ਗੁਣਾ 2500 ਹੋ ਜੂਗੀ। ਮੀਨਸ ਜਿੰਨੇ ਨਾਲ ਫਸਟ ਟਾਈਮ ਪੀਰੀਅਡ ਚ ਹੁੰਦੀ ਹੈ ਤਾਂ ਪਰ ਟਾਈਮ ਪੀਰੀਅਡ ਸੇਮ ਹੋਵੇ ਜੀ, ਟਾਈਮ ਪੀਰੀਅਡ ਕੀ ਹੋਵੇ ਜੀ ਸੇਮ ਹੋਵੇ। ਹੁਣ ਦੇਖੋ ਜੀ ਟਾਈਮ ਪੀਰੀਅਡ ਕੀ ਆਪਣਾ ਸੇਮ ਹੈ ਜੀ, 5,000 ਤੋਂ 8,000 ਬਣ ਗਈ, ਇਹਨਾਂ ਚ ਰੇਸ਼ੋ ਕੀ ਬਣਦੀ ਹੈ ਦੇਖੋ ਜੀ 8,000 ਬਟੇ 5, 8 ਬਟੇ 5 ਮੀਨਸ 5,000 ਦਾ ਦੇਖੋ ਜੀ 8/5 ਟਾਈਮ ਹੋਈ ਹੈ ਜੀ, ਕਿੰਨੇ ਚ 3 ਸਾਲਾਂ ਚ, ਤਾਂ P ਦਾ ਵੀ 3 ਸਾਲਾਂ ਚ 8/5 ਟਾਈਮ ਕੀ ਬਣਦਾ ਜੀ 5,000 ਬਣਦਾ ਜੀ, ਤਾਂ ਬਸ ਆਪਾਂ ਲਿਖ ਲਓ ਜੀ P ਦਾ 8/5 ਟਾਈਮ 5,000 ਬਣਦਾ ਜੀ। ਤਾਂ ਉਧਰ ਜਾ ਕੇ ਰੈਸਿਪਰੋਕਲ ਹੋ ਗਿਆ ਜੀ 5,000 ਗੁਣਾ 5/8, 8 ਦੇ ਟੇਬਲ ਤੇ 80 ਘਟਤਾ ਵਾਲੀ 2 ਬਚ ਗਿਆ ਜੀ 20, 8 ਦੂਣੀ 16, 4 ਬਚ ਗਿਆ 4, 625 ਨੂੰ 5 ਨਾਲ ਕਰਿਆ 25 5 125 ਜੀ, 6 5 30 ਤੇ 3125 ਰੁਪਏ ਤੁਹਾਡਾ ਕੀ ਬਣ ਗਿਆ ਜੀ ਇੰਟਰਸਟ ਦਾ ਬਣ ਗਿਆ। ਨੈਕਸਟ ਸਮ ਕਰਨਾ ਹੈ ਆਪਾਂ ਇਹਦੇ ਨਾਲ ਦੇ ਹੀ, ਬਸ ਸੋਚ ਕੀ ਕਰਾਂਗੇ ਆਪਾਂ ਸਿਰਫ ਅਲੱਗ-ਅਲੱਗ ਲੈਕਚਰ ਵੀ ਤੁਹਾਨੂੰ ਸਾਰੇ ਟਾਈਪਸ ਦਾ ਥੋੜਾ ਕਵਰ ਹੋ ਜੇ। ਦੇਖੋ ਇੱਥੇ ਚੇਂਜ ਕਰ ਦਨੇ ਆਪਾਂ ਨੇ ਲੈਤਾ ਜੀ ਅਗਲੇ ਵਿੱਚ 4,624 ਕਿੰਨੇ ਸਾਲਾਂ ਚ ਹੁੰਦਾ ਜੀ 2 ਸਾਲਾਂ ਚ ਹੁੰਦਾ। 4,913 ਕਿੰਨੇ ਚ ਹੁੰਦਾ ਜੀ 3 ਸਾਲਾਂ ਚ, ਠੀਕ ਹੈ। ਪ੍ਰਿੰਸੀਪਲ ਅਮਾਉਂਟ ਇਹਦਾ ਆਪਾਂ ਦੱਸਣਾ। ਦੇਖੋ ਪ੍ਰਿੰਸੀਪਲ ਅਮਾਉਂਟ ਸੀ 2 ਸਾਲਾਂ ਚ ਮੇਰੀ 4624 ਰੁਪਏ, ਪ੍ਰਿੰਸੀਪਲ ਅਮਾਉਂਟ ਟੋਟਲ 3 ਸਾਲਾਂ ਚ ਮੇਰੀ ਜੀ 4913 ਰੁਪਏ ਹੋ ਗਈ। 3 ਸਾਲ ਨੇ ਪਰ ਉਦੋਂ 2 ਸਾਲ ਤਾਂ ਹੀ ਹੋ ਗਏ, ਇੱਥੇ ਪਹੁੰਚਣ ਲਈ ਤਾਂ 1 ਸਾਲ 1 ਸਾਲ ਲੱਗਿਆ। ਪਹਿਲਾਂ ਮੈਨੂੰ ਇਹਨਾਂ ਦੀ ਰੇਸ਼ੋ ਕੱਢਣੀ ਪਊਗੀ। ਦੇਖੋ 4913 ਬਟੇ 4624, ਇਹ 17 ਦੇ ਟੇਬਲ ਤੇ ਜਾਣਗੇ। ਦੇਖੋ ਜੀ 17 ਨੂੰ 2 ਆ 17 ਦੇ ਟੇਬਲ ਤੇ ਗਿਆ 2 ਤੇ ਜੀ 122, ਠੀਕ ਹੈ ਜੀ। ਇਹ ਫਿਰ 17 ਦੇ ਟੇਬਲ ਤੇ ਗਿਆ, ਦੇਖੋ 17 ਤੇ ਆ ਇੱਕ 17 ਘਟਾ ਉਦੋਂ 16 ਆ ਥੋੜੀ 17 ਬਟੇ 16 ਦੀ ਰੇਸ਼ੋ ਬਣ ਗਈ। ਹੁਣ ਇਹ ਕੀ ਹੈ ਦੇਖੋ ਜੀ 1 ਸਾਲ ਦੀ ਹੈ, 17 ਬਟੇ ਕੀ ਜੀ 1 ਸਾਲ ਦੀ ਹੈ ਜੀ, ਤਾਂ 2 ਸਾਲ ਦੀ ਕੀ ਹੋ ਜੂ 17 ਬਟੇ 16 ਗੁਣਾ 17 ਬਟੇ 16 ਮੀਨਸ 1 ਸਾਲ ਚ ਜੇ 17 ਬਟੇ 16 ਵੱਧਦੀ ਹੈ ਤਾਂ 2 ਸਾਲਾਂ ਦੇ ਡਬਲ ਵਧੂਗੀ। ਤਾਂ ਆਪਣੀ ਉਰੇ ਕੀ ਚਾਹੀਦੀ ਹੈ ਜੀ 17 ਬਟੇ 16 ਦਾ ਸਕੁਅਰ, ਜੇ 3 ਸਾਲ ਹੁੰਦਾ ਤਾਂ ਕਿਊਬ ਆ ਜਾਂਦਾ। ਹੁਣ ਆਪਣੀ ਕੀ ਹੈਗੀ P ਗੁਣਾ 17 ਬਟੇ 16 ਦਾ ਸਕੁਅਰ ਕਾਦੀ ਜੀ 4624,
पी कादे बन गए देखो 4624 बटे 16 का स्क्वायर 256 जी 17 का स्क्वायर 299 ये 17 ਦੇ ਟੇਬਲ ਤੇ ਗਿਆ ਜੀ ਆ 17 ਦੇ ਟੇਬਲ ਤੇ ਆਪਾਂ ਨੂੰ ਪਤਾ ਹੀ ਕਿੰਨੇ ਤੇ ਜਾਂਦਾ ਜੀ 276 ਇਹ ਫਿਰ 17 ਦੇ ਟੇਬਲ ਤੇ ਗਿਆ 16 256 ਨੂੰ 16 ਨਾਲ ਮਲਟੀਪਲਾਈ ਕਰ ਲਿਓ ਜੀ 36 3 ਆ ਗਏ 6 5 30 ਤੇ 3 33 3 ਕੈਰੀ 6 ਨੂੰ 12 ਤੇ 3 15 6 9 10 4 4096 रुपये अपना की आ गया मेरा प्रिंसीपल अमाउंट आ गया। फिर देख लो जी 1 साल की कट ली उत्थे आप सेम तां भरती क्योंकि टाइम पीरियड सेम सीगा जी हुण 1 साल दा तां उरे किन्ने दा ले लिया जी 2 दा जे हो सकदा 2 साल दा हुंदा ਆਪਾਂ 1 साल दा ਕੱਢਣਾ ਹੁੰਦਾ ਤਾਂ ਆਪਾਂ ਇਹਦਾ ਸਕੁਅਰ ਰੂਟ ਕਰ ਲਾਂਗੇ ਤਾਂ ਇਹਦਾ ਆਪਾਂ ਸਕੁਅਰ ਰੂਟ ਕਰ ਲਾਂਗੇ। ਨੈਕਸਟ ਸਮ ਵੀ ਇਹਦੇ ਨਾਲ ਦਾ ਹੀ ਹੈ ਜੀ ਆਪਾਂ ਇੱਥੇ ਚੇਂਜ ਕਰ ਲਾਂਗੇ 672 रुपये जी 4913 की जगह ते है ਆਪਾਂ ਨੂੰ ਜੀ 714 रुपये ਆਪਾਂ ਨੇ ਬਸ ਉਹਦੇ ਫਾਈਂਡ ਕੀ ਕਰਨਾ ਹੈ ਫਾਈਂਡ ਦੀ ਹੁਣ ਦੇਖੋ ਜੀ ਇਹ ਚ ਸਾਨੂੰ ਦੋਨੇ ਚੀਜ਼ਾਂ ਹੀ ਫਾਈਂਡ ਕਰਨੀਆਂ ਆ ਸਕਦੀਆਂ ਸਰਟਨ ਰੇਟ ਫਾਈਂਡ ਕਰਨੀ ਵੀ ਆ ਸਕਦੀ ਹੈ ਜੀ ਤੇ ਪ੍ਰਿੰਸੀਪਲ ਫਾਈਂਡ ਕਰਨਾ ਵੀ ਤੁਹਾਨੂੰ ਕੀ ਹੈ ਜੀ ਆ ਸਕਦਾ ਹੈ ਉਹੀ ਜੀ ਪ੍ਰਿੰਸੀਪਲ 2 ਸਾਲਾਂ ਚ ਤੁਹਾਡੀ ਕਿੰਨੀ ਪਹੁੰਚ ਗਈ 672 ਤੇ ਇੱਥੋਂ 1 ਸਾਲ ਚ ਕਿੰਨੀ ਪਹੁੰਚ ਗਈ 714 ਪਹਿਲਾਂ ਤਾਂ ਮੈਨੂੰ ਆਹੀ ਕੱਢਣਾ ਪਊ ਜੀ 1 ਸਾਲ ਦਾ ਦੇਖੋ ਕਿੰਨਾ ਜੀ 714 ਬਟੇ 672 ਠੀਕ ਹੈ ਜੀ ਇਹਨੂੰ ਕੈਨਸਲ ਕਰ ਲਓ ਜੀ 2 ਦੇ ਟੇਬਲ ਤੇ ਹੁੰਦਾ 3 3 6 ਇਹ 2 ਦੇ ਟੇਬਲ ਤੇ ਗਿਆ ਜੀ 35 2 70 1 7 2 14 ਇਹ 7 ਦੇ ਟੇਬਲ ਤੇ ਗਿਆ 7 5 35 1 ਇਹ 7 ਦੇ ਟੇਬਲ ਤੇ ਗਿਆ 7 ਚੌਕੇ 28 5 8 ਇਹ 16 ਦੇ 3 ਦੇ ਟੇਬਲ ਤੇ ਗਿਆ 16 ਤੇ ਇਹ ਗਿਆ ਜੀ 17 ਹੁਣ ਦੇਖੋ ਤੁਹਾਡਾ ਕੀ ਆ ਗਿਆ 17 ਬਟੇ 16 1 ਸਾਲ ਦੀ ਹੈ ਨਾ ਤਾਂ ਚਲੋ ਇਹ ਤੋਂ ਰੇਟ ਆਫ ਇੰਟਰਸਟ ਤਾਂ ਉਰੀ ਕੱਢ ਦਾਂਗੇ ਜੀ 1 ਸਾਲ ਦੀ 16 ਆ ਗਈ ਦੇਖੋ ਨੀਚੇ ਲਈ ਆਪਾਂ ਤੁਹਾਨੂੰ ਕੀ ਕਿਹਾ ਸੀ ਕਿਹਨੂੰ ਡੋਨੇਟ ਕਰਦੀ ਹੁੰਦੀ ਹੈ ਜੀ ਪ੍ਰਿੰਸੀਪਲ ਅਮਾਉਂਟ ਨੂੰ ਉੱਪਰਲੀ ਜੀ ਟੋਟਲ ਅਮਾਉਂਟ ਪ੍ਰਿੰਸੀਪਲ ਕੀ ਹੈ 16 ਜੀ ਟੋਟਲ ਅਮਾਉਂਟ ਮੇਰਾ ਕਿੰਨਾ ਹੈ ਜੀ 17 ਜੀ कंपाउंड इंटरेस्ट मेरा जो इंटरेस्ट कितना आ गया 1 रुपया आ गया जी आप रेट ऑफ इंटरेस्ट की करते नीचे की होता है जी प्रिंसीपल ऊपर रेट ऑफ इंटरेस्ट परसेंटेज आंसर देना था 100 नाल की है जी मल्टीप्लाई 4 ਦੇ ਟੇਬਲ ਤੇ ਘਟ ਗਿਆ 25 ਤੇ ਇਹ ਘਟ ਗਈ 4 ਤੇ ਤਾਂ 25/4 परसेंटेज ਜੇ ਮਿਕਸ ਅਪ ਚ ਹੋਵੇ ਤਾਂ ਉਹ ਵੀ ਦੇਖ ਲਓ ਜੀ ਇਹਨੂੰ ਨਾਲ ਡਿਵਾਈਡ ਕਰ ਲਓ 6 ਚੌਕਾ 24 ਇੰਨਾ ਆ ਗਿਆ ਜੇ ਕਈ ਵਾਰ ਉੱਥੇ ਹੋਰ ਵੀ ਹੁੰਦਾ ਤੀਜਾ ਟਾਈਪ ਜੀ ਪੁਆਇੰਟਾਂ ਦਾ ਹੁੰਦਾ ਜੀ ਤਾਂ 6 ਚੌਕਾ 24 ਜੀ 0.1 पॉइंट लग गया जी 1 बचा गया 10 बन गया 4 दूनी 8 फिर 2 बच गया तो 6.25% ਹੁਣ ਇਹਦਾ ਰੇਟ ਪ੍ਰਿੰਸੀਪਲ ਤੁਸੀਂ ਆਪ ਟਰਾਈ ਕਰਕੇ ਦੇਖ ਲਓ ਇੱਥੇ 17/16 ਜੀ ਦੇਖੋ ਉਵੇਂ ਇੱਥੇ 17/16 ਦਾ ਸਕੁਅਰ ਹੈ ਜੀ ਇਹਨੂੰ ਆਪ ਟਰਾਈ ਕਰਕੇ ਦੇਖੋ ਜੀ ਪ੍ਰਿੰਸੀਪਲ ਨੈਕਸਟ ਸਮ ਦੇਖ ਲਓ ਜੀ A sum of money a sum of money at compound interest itself double out by double itself in 15 years it when it will becomes 8 times पहला समझ लो कहना जी कोई सामा मनी लाया वो डबल हो गया जी 15 साल फॉर एग्जांपल मैं 100 रुपया लाया सी जी वो डबल हो गया 200 जी किन्ने साल जी 15 साल किन्ने साल जी 15 साल वो कहना 8 टाइम मींस 800 कदों होगा जी 800 रुपया कदों हो सुन दसो जी जीपी ते डिपेंड है जी 15 साल कितना होया जी दुगना अगले च भी दुगना हो किन्ने च पर 15 साल च 200 का दुगना कितना हो गया 400 अगले का भी दुगना हो जी किन्ने च 15 साल च जी 400 का दुगना कितना आ गया 800
ਇਹੀ ਪੁੱਛਿਆ ਸੀ ਏਟ ਟਾਈਮ ਕਿੰਨੇ ਸਾਲਾਂ ਚ ਜੀ 15 30 ਤੇ 45 ਸਾਲਾਂ ਚ। ਜਾਂ ਦੇਖ ਲਓ ਜੀ, ਦੇਖੋ ਪ੍ਰਿੰਸੀਪਲ ਹੈ ਦੁੱਗਣੀ ਹੋ ਗਈ, ਜਿੰਨੀ ਪ੍ਰਿੰਸੀਪਲ ਆਈ ਦੁੱਗਣੀ ਹੋ ਗਈ ਕਿੰਨੇ ਚ 15 ਸਾਲਾਂ ਚ। ਕਿੰਨੇ ਨਾਲ ਮਲਟੀਪਲਾਈ ਕਰੀਏ ਮੈਂ p ਨੂੰ 2 ਨਾਲ ਜੀ, ਤਾਂ ਇਹ ਚ ਵੀ ਦੁੱਗਣੇ ਅਗਲੇ ਵੀ ਕਿੰਨੇ ਸਾਲਾਂ ਚ 15 ਚ। 2p ਨੂੰ 2 ਨਾਲ ਕਰਿਆ 4p, 4 ਟਾਈਮ ਹੋ ਗਿਆ ਪ੍ਰਿੰਸੀਪਲ ਦਾ। ਅਗਲੀ ਜੀ ਵੀ ਤੁਹਾਨੂੰ ਦੱਸਿਆ ਸੀ ਕਿੰਨੇ ਚ 15 ਸਾਲ ਚ ਕਿੰਨੇ ਉਹ ਦੁੱਗਣਾ ਹੋ ਜੀ 4 ਦਾ 8 ਵੀ 15 30 ਤੇ 45 45 ਸਾਲਾਂ ਤੁਹਾਡਾ ਕੀ ਹੋ ਜਾਊਗਾ ਜੀ, ਇਹ ਰੇਟ ਜਿਹੜਾ ਤੁਹਾਡਾ ਪ੍ਰਿੰਸੀਪਲ ਅਮਾਉਂਟ ਹੈ ਇਹ 8 ਟਾਈਮ ਹੋ ਜੂਗਾ। ਇਹਦੇ ਨਾਲ ਦੀ ਇੱਕ ਸਮ ਹੋਰ ਹੈ ਜੀ, ਉਹ ਦੇਖ ਲਓ ਜੀ। ਲਾਸਟ ਸਮ ਹੈ ਜੀ ਆਪਣਾ ਇਹ ਸਮ ਐਟ ਦੀ ਕੰਪਾਊਂਡ rate of interest becomes 2.2 time in 6 years. The same sum becomes what time in 18 years? What time in 18 years? ਹੁਣ ਉਲਟ ਚੱਲ ਰਿਹਾ ਦੇਖੋ। ਉਹ ਕਹਿੰਦਾ ਜੀ ਪਹਿਲਾ ਲਾਈਨ ਦੇਖ ਲਓ 2 1/2, ਇਹਨੂੰ ਐ ਵੀ ਲਿਖ ਸਕਦੇ ਨੇ ਆਪਾਂ 2.4 ਮੀਨਸ 2 ਕੰਪਲੀਟ ਹੈ ਹਾਫ 2 ਐਂਡ ਹਾਫ ਕਹਿ ਦਿੰਦੇ ਜੀ, ਮੀਨਸ 2.5 ਜਿਹਨੂੰ ਪੰਜਾਬੀ ਚ ਆਪਾਂ 2.5 ਗੁਣਾ ਕਹਿੰਦੇ। ਕਹਿੰਦਾ ਜੀ ਇੱਕ ਪ੍ਰਿੰਸੀਪਲ ਅਮਾਉਂਟ ਹਾਫ ਹੋ ਗਈ ਜੀ, ਮੀਨਸ 2 ਐਂਡ 1 2 1/2 5.2 ਹੋ ਗਈ। ਦੇਖੋ ਇਹਨੇ ਮਿਕਸ ਆਫ ਕੋਲੀ 2 to 4 1 ਪ੍ਰਿੰਸੀਪਲ ਅਮਾਉਂਟ 5.2 ਟਾਈਮਸ ਹੋ ਗਈ ਜੀ, ਮੀਨਸ 2.5 ਗੁਣਾ ਹੋ ਗਈ ਜੀ ਕਿੰਨੇ ਸਾਲਾਂ ਚ 6 ਇਅਰ 18 ਸਾਲਾਂ ਚ। ਉਹ ਕਹਿੰਦਾ ਕਿੰਨੀ ਹੋਊਗੀ, ਬਸ ਕੁਛ ਨਹੀਂ ਦੇਖੋ ਅਗਲੇ 6 ਸਾਲਾਂ ਚ p 5 ਕਿੰਨੇ ਨਾਲ ਮਲਟੀਪਲਾਈ ਕਰਿਆ 5.2 ਨਾਲ ਹੀ ਕਰੀਏ ਜੀ, ਤਾਂ ਆ 5.2 ਪ੍ਰਿੰਸੀਪਲ ਬਣ ਗਈ। ਇਹਨੂੰ ਫਿਰ ਕਿਹਦੇ ਨਾਲ ਕਰਾਂਗੇ 5.2 ਨਾਲ 5 on 25/4 ਕੀ ਪ੍ਰਿੰਸੀਪਲ ਬਣ ਗਈ। ਅਗਲੇ 6 ਸਾਲਾਂ ਚ ਫਿਰ ਕੀ ਹੋਊ ਜੀ 5.2 ਟਾਈਮਸ, ਤਾਂ 125/8 ਪ੍ਰਿੰਸੀਪਲ ਬਣ ਗਈ ਜੀ। ਤਾਂ ਅਗਲੇ ਉਹਨੇ 18 ਸਾਲ ਚ ਪੁੱਛਿਆ ਤਾਂ 18 ਸਾਲ ਚ ਕਿੰਨਾ ਬਣ ਜੂ ਜੀ 125/8 ਟਾਈਮਸ। 24 ਚ ਪੁੱਛ ਲੂ ਤਾਂ ਅੱਗੇ ਲੈ ਚੱਲਾਂਗੇ। ਅੱਜ ਆਪਾਂ ਕੰਪਾਊਂਡ ਇੰਟਰਸਟ ਕਰ ਰਹੇ ਸੀਗੇ ਜੀ, ਇਹਦੀਆਂ ਕੁਝ ਟਾਈਪਸ ਕੀਤੀਆਂ ਨੇ ਆਪਾਂ, ਜੋ ਬਾਕੀ ਟਾਈਪਸ ਰਹਿ ਗਈਆਂ ਆਪਾਂ ਨੈਕਸਟ ਵੀਡੀਓ 'ਚ ਲੈ ਕੇ ਆਵਾਂਗੇ। ਜੇ ਤੁਹਾਨੂੰ ਮੇਰਾ ਟੀਚਿੰਗ ਵੇ ਵਧੀਆ ਲੱਗਦਾ ਤਾਂ ਪਲੀਜ਼ ਮੇਰੇ ਚੈਨਲ ਨੂੰ ਜ਼ਿਆਦਾ ਤੋਂ ਜ਼ਿਆਦਾ ਸਬਸਕ੍ਰਾਈਬ ਸ਼ੇਅਰ ਤੇ ਕਮੈਂਟ ਕਰੋ ਜੀ। ਤੇ ਜੇ ਕਿਸੇ ਨੂੰ ਵੀ ਕੋਈ ਡਾਊਟ ਹੈਗਾ ਤਾਂ ਕਮੈਂਟ ਬਾਕਸ 'ਚ ਠੀਕ ਹੈ ਮੈਸੇਜ ਕਰ ਦਿਓ ਤੇ ਮੈਂ ਉਹਦਾ ਰਿਪਲਾਈ ਜ਼ਰੂਰ ਕਰੂੰਗਾ ਜੀ। ਥੈਂਕਸ।